ਪਾਠ ਨੰਬਰ 4 ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀਆਂ। ਇਸ ਬਾਰੇ ਅਸੀਂ ਜੋ ਅੱਜ ਕੰਮ ਆਇਆ ਹੈ ਉਸ ਬਾਰੇ ਕਰਾਂਗੇ। ਪਹੁੰਚ ਦੇ ਆਧਾਰ 'ਤੇ ਦੇਸ਼ ਅੰਦਰ 18% ਵਣ ਅਜਿਹੇ ਹਨ ਜੋ ਹਿਮਾਲਿਆ ਦੀਆਂ ਉੱਚੀਆਂ ਢਲਾਣਾਂ ਵਰਗੇ ਪਹਾੜੀ ਖੇਤਰਾਂ ਵਿੱਚ ਸਥਿਤ ਹੋਣ ਕਰਕੇ ਮਨੁੱਖੀ ਪਹੁੰਚ ਤੋਂ ਦੂਰ ਹੋ ਜਾਂਦੇ ਹਨ ਅਤੇ ਅਸੀਂ ਸਿਰਫ 82% ਵਣ ਖੇਤਰ ਦਾ ਹੀ ਪ੍ਰਯੋਗ ਕਰ ਸਕਦੇ ਹਾਂ। ਅਸੀਂ ਨੇ ਕੱਲ੍ਹ ਪੜ੍ਹਿਆ ਸੀ ਅਤੇ ਸਭ ਤੋਂ ਜ਼ਿਆਦਾ ਜੋ ਵਣ ਨੇ ਉਹ ਪਾਏ ਜਾਂਦੇ ਨੇ ਤ੍ਰਿਪੁਰਾ 'ਚ, ਅਤੇ ਪੰਜਾਬ ਦੇ ਵਿੱਚ ਕਿੰਨੇ ਨੇ 2.3। ਜੇਕਰ ਅਸੀਂ ਗੱਲ ਕਰੀਏ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਤਾਂ ਉਸ ਦੇ ਵਿੱਚ ਸਭ ਤੋਂ ਵੱਧ ਨੇ ਅੰਡੇਮਾਨ ਨਿਕੋਬਾਰ 'ਚ ਅਤੇ ਸਭ ਤੋਂ ਘੱਟ ਨੇ ਦਿੱਲੀ 'ਚ 2.1। ਅੱਜ ਅਸੀਂ ਕਰਨਾ ਪਹੁੰਚ ਦੇ ਆਧਾਰ 'ਤੇ, ਭਾਵ ਜੋ ਪਹੁੰਚ ਦੇ ਆਧਾਰ 'ਤੇ ਹੈਗਾ 18% ਵਣ ਤਾਂ ਉਹ ਨੇ ਜਿਨ੍ਹਾਂ 'ਤੇ ਸਾਡੀ ਕੋਈ ਪਹੁੰਚ ਨਹੀਂ ਹੈ। ਸਿਰਫ ਅਤੇ ਸਿਰਫ ਅਸੀਂ 82% 82% ਵਣ ਖੇਤਰ ਦਾ ਹੀ ਪ੍ਰਯੋਗ ਕਰ ਸਕਦੇ ਹਾਂ। ਵਣਾਂ ਦੇ ਸੁਚੱਜੇ ਪ੍ਰਯੋਗ, ਕੰਟਰੋਲ ਅਤੇ ਕਾਨੂੰਨੀ ਸੁਰੱਖਿਆ ਦੇ ਪੱਖੋਂ ਵੀ ਵਣਾਂ ਨੂੰ 3 ਭਾਗਾਂ ਵਿੱਚ ਵੰਡਿਆ ਗਿਆ ਹੈ। ਵਣਾਂ ਦੇ ਸੁਚੱਜੇ ਪ੍ਰਬੰਧ, ਕੰਟਰੋਲ ਅਤੇ ਭਾਵ ਕਿਹਦਾ ਕੰਟਰੋਲ ਆ, 3 ਤਰ੍ਹਾਂ ਦੇ ਵਣ ਨੇ। ਦੇਸ਼ ਵਿੱਚ ਭੂਮੀ ਦੇ ਘਟਾਅ, ਵਾਤਾਵਰਨ ਦੀ ਸੰਭਾਲ ਅਤੇ ਲੱਕੜ ਦੀ ਨਿਰਵਿਘਨ ਪੂਰਤੀ ਦੇ ਲਈ ਦੇਸ਼ ਵਿੱਚ ਭੂਮੀ ਦੇ ਘਟਾਅ, ਵਾਤਾਵਰਨ ਦੀ ਸੰਭਾਲ ਅਤੇ ਲੱਕੜ ਦੀ ਨਿਰਵਿਘਨ ਪੂਰਤੀ ਦੇ ਲਈ 52% 394 ਲੱਖ ਹੈਕਟੇਅਰ ਵਣ ਖੇਤਰ ਸੁਰੱਖਿਅਤ ਰੱਖਿਆ ਗਿਆ ਹੈ, ਜਿਸ ਵਿੱਚ ਪਸ਼ੂ ਚਰਾਉਣੇ ਅਤੇ ਲੱਕੜ ਕੱਟਣਾ ਸਖਤ ਮਨ੍ਹਾ ਹੈ। ਭਾਵ ਜਿਹੜੇ 52% ਵਣ ਨੇ ਉਹ ਸੁਰੱਖਿਅਤ ਰੱਖੇ ਗਏ ਨੇ, ਰਿਜ਼ਰਵ ਕੀਤੇ ਗਏ ਨੇ। ਉਹਨਾਂ ਦੇ ਵਿੱਚੋਂ ਪਸ਼ੂ ਚਰਾਉਣਾ ਅਤੇ ਲੱਕੜ ਕੱਟਣਾ ਪੂਰੀ ਸਖਤ ਤਰ੍ਹਾਂ ਮਨ੍ਹਾ ਹੈ। ਦੂਸਰੇ 32% ਭਾਵ 233 ਲੱਖ ਹੈਕਟੇਅਰ 32% ਉਹ ਰਕਬਾ ਵਣ ਖੇਤਰ ਹੈ ਜਿਸ ਨੂੰ ਖਤਮ ਕਰਨ 'ਤੇ ਸਰਕਾਰੀ ਮਨਾਹੀ ਲਾਗੂ ਹੈ, ਪਰ ਇੱਥੇ ਪਸ਼ੂ ਚਰਾਉਣ, ਲੱਕੜ ਅਤੇ ਘਾਹ ਕੱਟਣ ਦੀਆਂ ਸਹੂਲਤਾਂ ਮਿਲ ਜਾਂਦੀਆਂ ਹਨ। 32% ਵਣ ਉਹ ਹਨ ਜਿਨ੍ਹਾਂ ਦੇ ਵਿੱਚ ਪਸ਼ੂ ਚਰਾਉਣ, ਚਰਾਗਾਹਾਂ ਅਤੇ ਉੱਥੋਂ ਲੱਕੜ ਅਤੇ ਘਾਹ ਕੱਟਣ ਦੀ ਸਹੂਲਤ ਮਿਲ ਜਾਂਦੀ ਹੈ। ਭਾਵ ਲੋਕਾਂ ਨੂੰ ਆਪਣਾ ਜੀਵਨ ਗੁਜ਼ਾਰਨ ਦੇ ਲਈ ਉਹ ਆਪਣੇ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਲੱਕੜ ਸਰਕਾਰ ਦੇ ਨਿਯਮਾਂ ਅਨੁਸਾਰ ਕੱਟ ਸਕਦੇ ਨੇ ਅਤੇ ਘਾਹ ਵੀ ਕੱਟ ਸਕਦੇ ਨੇ ਤਾਂ ਜੋ ਪਸ਼ੂਆਂ ਨੂੰ ਚਾਰਾ ਪਾ ਸਕਣ। ਤਾਂ 32% ਵਣ ਉਹ ਨੇ ਜਿਨ੍ਹਾਂ ਦੇ ਵਿੱਚ ਸਰਕਾਰ ਦੇ ਨਿਯਮਾਂ ਅਨੁਸਾਰ ਲੱਕੜ ਕੱਟਣ, ਪਸ਼ੂ ਚਰਾਉਣ ਅਤੇ ਘਾਹ ਕੱਟਣ ਦੀ ਖੁੱਲ੍ਹ ਸਹੂਲਤ ਮਿਲ ਜਾਂਦੀ ਹੈ। ਤੀਸਰੀ ਉਪਵੰਡ 16% ਅਣਵੰਡੇ ਵਣਾਂ ਦੀ ਹੈ, ਜਿਸ ਵੱਲ ਸਰਕਾਰ ਦਾ ਧਿਆਨ ਘੱਟ ਗਿਆ ਹੈ ਅਤੇ ਇੱਥੇ ਲੋਕ ਸਹੂਲਤਾਂ ਪ੍ਰਾਪਤ ਕਰ ਸਕਦੇ ਹਨ। ਉਸ਼ਣ ਸਦਾਬਹਾਰ ਬਨਸਪਤੀ ਮੁੱਖ ਤੌਰ 'ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਮਿਲਦੀ ਹੈ, ਇਸ ਕਰਕੇ ਇਹਨਾਂ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ। 16% ਵਣ ਉਹ ਨੇ ਜਿਨ੍ਹਾਂ ਉੱਤੇ ਸਰਕਾਰ ਦਾ ਧਿਆਨ ਘੱਟ ਹੈ ਅਤੇ ਲੋਕ ਉੱਥੋਂ ਆਪਣੀ ਸਹੂਲਤ ਅਨੁਸਾਰ ਪਸ਼ੂ ਵੀ ਚਰਾ ਸਕਦੇ ਨੇ, ਲੱਕੜਾਂ ਵੀ ਕੱਟ ਸਕਦੇ ਨੇ ਅਤੇ ਘਾਹ ਵਗੈਰਾ ਵੀ ਕੱਟ ਸਕਦੇ ਨੇ। ਭਾਵ ਉੱਥੇ ਸਰਕਾਰ ਦਾ ਜੋ ਕੰਟਰੋਲ ਆ ਉਹ ਘੱਟ ਹੈ। ਉਸ਼ਣ ਸਦਾਬਹਾਰ ਬਨਸਪਤੀ ਹੈ, ਮੁੱਖ ਤੌਰ 'ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਮਿਲਦੀ ਹੈ, ਇਸ ਕਰਕੇ ਇਹਨਾਂ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ। ਇਸ ਕਿਸਮ ਦੀ ਬਨਸਪਤੀ ਵਾਲੇ ਭਾਗ ਵਿੱਚ ਸਾਲਾਨਾ ਔਸਤ ਤਾਪਮਾਨ 25 ਡਿਗਰੀ ਸੈਲਸੀਅਸ ਤੋਂ ਵੱਧ ਅਤੇ ਵਰਖਾ 200 ਸੈਂਟੀਮੀਟਰ ਤੋਂ ਜ਼ਿਆਦਾ ਹੁੰਦੀ ਹੈ। ਉਸ਼ਣ ਸਦਾਬਹਾਰ ਵਣ ਕਿਹੜੇ ਹੁੰਦੇ ਨੇ? ਭਾਵ ਇਹ ਵਣ ਇਹਨਾਂ ਦੇ ਪੱਤੇ ਨਹੀਂ ਝੜਦੇ, ਇਹ ਹਰੇ ਭਰੇ ਰਹਿੰਦੇ ਹਨ ਅਤੇ ਕਿੱਥੇ ਹੋਣਗੇ? ਜੋ ਬਨਸਪਤੀ ਹੈ ਉਹ ਉੱਥੋਂ ਦੇ ਜਲਵਾਯੂ 'ਤੇ ਨਿਰਭਰ ਕਰਦੀ ਹੈ। ਜੇ ਜ਼ਿਆਦਾ ਗਰਮੀ ਹੋਵੇਗੀ ਤਾਂ ਜ਼ਿਆਦਾ ਮੀਂਹ ਵੀ ਪਵੇਗਾ। ਤਾਂ ਜਿੱਥੇ ਇਹ ਪਾਏ ਜਾਂਦੇ ਨੇ ਉਸ਼ਣ ਸਦਾਬਹਾਰ ਬਨਸਪਤੀ, ਤਾਂ ਉੱਥੇ ਜੋ ਤਾਪਮਾਨ ਹੈ ਉਹ 25 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ ਅਤੇ ਜੋ ਵਰਖਾ ਹੈ ਉਹ 200 ਸੈਂਟੀਮੀਟਰ ਸਾਲਾਨਾ ਤੋਂ ਵੀ ਜ਼ਿਆਦਾ ਹੁੰਦੀ ਹੈ। ਹਵਾ ਵਿੱਚ ਨਮੀ ਦੀ ਮਾਤਰਾ ਸਾਰਾ ਸਾਲ 70% ਤੋਂ ਵੱਧ ਰਹਿੰਦੀ ਹੈ, ਭਾਵ ਨਮੀ ਰਹਿੰਦੀ ਹੈ। ਤਈਓ ਤਾਂ ਇਹ ਸਦਾਬਹਾਰ ਨੇ, ਇਹਨਾਂ ਦੇ ਪੱਤੇ ਨਹੀਂ ਝੜਦੇ, ਇਹਨਾਂ ਨੂੰ ਸਮੇਂ ਸਮੇਂ 'ਤੇ ਲੋੜ ਅਨੁਸਾਰ ਇਹਨਾਂ ਨੂੰ ਪਾਣੀ ਮਿਲਦਾ ਰਹਿੰਦਾ। ਇਸ ਕਿਸਮ ਦੀ ਬਨਸਪਤੀ ਬਹੁਤ ਹੀ ਸੰਘਣੀ ਅਤੇ ਮਿਲੇ ਜੁਲੇ ਦਰੱਖਤਾਂ ਨਾਲ ਭਰਪੂਰ ਹੁੰਦੀ ਹੈ। ਇਹਨਾਂ ਦੇ ਪੱਤੇ ਇੱਕੋ ਸਮੇਂ ਨਾ ਗਿਰਨ ਕਰਕੇ ਇਹ ਸਾਰਾ ਸਾਲ ਹਰੇ ਭਰੇ ਰਹਿੰਦੇ ਹਨ। ਕਹਿਣ ਦਾ ਭਾਵ ਕੀ ਹੈਗਾ, ਇੱਥੇ ਨਮੀ ਹੈ ਜੋ 70% ਰਹਿੰਦੀ ਹੈ
ਅਤੇ ਇਸ ਕਿਸਮ ਦੀ ਬਨਸਪਤੀ ਬਹੁਤ ਹੀ ਸੰਘਣੀ, ਭਾਵ ਜੋ ਦਰਖਤ ਨੇ, ਪੌਦੇ ਨੇ, ਉਹ ਬਿਲਕੁਲ ਕੋਲ ਕੋਲ ਹੁੰਦੇ ਨੇ। ਉਹਨਾਂ ਦੇ ਵਿਚਕਾਰ ਦਾ ਅੰਤਰ, ਉਹਨਾਂ ਦੇ ਵਿੱਚ ਦਾ ਗੈਪ ਬਹੁਤ ਘੱਟ ਹੁੰਦਾ ਹੈ। ਇਹਨਾਂ ਦੇ ਪੱਤੇ ਇੱਕੋ ਸਮੇਂ ਨਾ ਗਿਰਨ ਕਰਕੇ ਇਹ ਸਾਰਾ ਸਾਲ ਹਰੇ ਭਰੇ ਰਹਿੰਦੇ ਹਨ। ਭਾਵ ਇਹਨਾਂ ਦੇ ਪੱਤੇ ਇੱਕੋ ਸਮੇਂ ਨਹੀਂ ਗਿਰਦੇ ਅਤੇ ਇਹ ਹਰੇ ਭਰੇ ਰਹਿੰਦੇ ਹਨ, ਤਾਂਹੀਓ ਇਹਨਾਂ ਦਾ ਨਾਮ ਉਸਨ ਸਦਾ ਬਹਾਰ ਬਨਸਪਤੀ ਹੈ। ਗਰਮ ਖੇਤਰ ਦੇ ਇਹ ਬਨਸਪਤੀ ਹੈ, ਜਿੱਥੇ ਮੀਂਹ ਜ਼ਿਆਦਾ ਪੈਂਦਾ ਹੈ ਅਤੇ ਤਾਪਮਾਨ ਜ਼ਿਆਦਾ ਰਹਿੰਦਾ ਹੈ। ਜੇ ਤਾਪਮਾਨ ਜ਼ਿਆਦਾ ਹੋਵੇਗਾ ਤਾਂ ਮੀਂਹ ਵੀ ਜ਼ਿਆਦਾ ਪਵੇਗਾ। ਉੱਪਰ ਦਿੱਤੇ ਪੈਰੇ ਨੂੰ ਪੜ੍ਹਨ ਉਪਰੰਤ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹੁੰਚ ਦੇ ਆਧਾਰ 'ਤੇ ਦੇਸ਼ ਵਿੱਚ ਕਿੰਨੇ ਪ੍ਰਤੀਸ਼ਤ ਵਣ ਮਨੁੱਖੀ ਪਹੁੰਚ ਤੋਂ ਦੂਰ ਹਨ? ਤਾਂ 18% ਪੜ੍ਹਿਆ ਸੀ ਅਤੇ ਇਹਨਾਂ ਵਿੱਚੋਂ ਕੋਈ ਨਹੀਂ। 82% ਤਾਂ ਉਹ ਨੇ ਜਿਹੜੇ ਪਹੁੰਚ ਦੇ ਆਧਾਰ 'ਤੇ ਸਾਡੇ ਕੋਲ ਹਨ, ਤਾਂ ਉਕਤ ਵਿੱਚੋਂ ਕੋਈ ਨਹੀਂ। ਦੇਸ਼ ਵਿੱਚ ਕਿੰਨੇ ਪ੍ਰਤੀਸ਼ਤ ਵਣ ਅਜਿਹੇ ਹਨ ਜਿੱਥੇ ਪਸ਼ੂ ਚਰਾਉਣ ਅਤੇ ਲੱਕੜ ਕੱਟਣਾ ਸਖਤ ਮਨ੍ਹਾ ਹੈ? ਤਾਂ ਅਸੀਂ ਪੜ੍ਹਿਆ ਸੀ 52%। 52% ਤਾਂ ਉਹ ਨੇ ਜਿੱਥੇ ਬਿਲਕੁਲ ਮਨ੍ਹਾ ਹੈ, ਅਤੇ 32% ਉਹ ਨੇ ਜਿੱਥੇ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਹਲਕਾ ਫੁਲਕਾ ਉੱਥੇ ਪਸ਼ੂ ਵੀ ਚਰਾ ਸਕਦੇ ਨੇ ਅਤੇ ਬਾਕੀ ਉੱਥੇ ਘਾਹ ਵੀ ਕੱਟਿਆ। ਤਾਂ ਇਹਨਾਂ ਵਿੱਚੋਂ ਵੀ ਉਕਤ ਵਿੱਚੋਂ ਕੋਈ ਨਹੀਂ, 52% ਇੱਥੇ ਨਹੀਂ ਹੈ, ਤਾਂ ਉਕਤ ਵਿੱਚੋਂ ਕੋਈ ਨਹੀਂ। ਇਸ ਤੋਂ ਅਗਲਾ ਕੁਐਸਚਨ, ਕਿਸ ਬਨਸਪਤੀ ਨੂੰ ਬਰਸਾਤੀ ਬਨਸਪਤੀ ਕਿਹਾ ਜਾਂਦਾ ਹੈ? ਕਿਸ ਬਨਸਪਤੀ ਨੂੰ ਬਰਸਾਤੀ ਵਣ ਕਿਹਾ ਜਾਂਦਾ ਹੈ? ਬਰਸਾਤੀ ਵਣ ਕਿਹਨੂੰ ਕਹਿੰਦੇ ਆ ਜੀ? ਅਸੀਂ ਹੁਣੀ ਇਸ ਉੱਪਰ ਪੜ੍ਹਿਆ ਸੀ ਕਿ ਉਸਨ ਸਦਾਬਹਾਰ ਬਨਸਪਤੀ। ਤੀਜਾ ਆਨਸਰ ਉਸਨ ਸਦਾਬਹਾਰ ਬਨਸਪਤੀ। ਤੀਜੇ ਦਾ ਆਨਸਰ ਹੈ ਉਸਨ ਸਦਾਬਹਾਰ ਬਨਸਪਤੀ। ਉਸਨ ਸਦਾਬਹਾਰ ਬਨਸਪਤੀ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ। ਇਸ ਤੋਂ ਅਗਲਾ ਕੁਐਸਚਨ, 25 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ? ਜਿਸ ਦਾ ਆਨਸਰ ਵੀ ਉਸਨ ਸਦਾਬਹਾਰ ਬਨਸਪਤੀ ਹੀ ਆਵੇਗਾ। ਬਰਸਾਤ ਕਿੱਥੇ ਵੱਧ ਪਊ? ਜਿੱਥੇ ਤਾਪਮਾਨ ਜ਼ਿਆਦਾ ਹੋਊ। ਤਾਂ 25 ਡਿਗਰੀ ਸੈਲਸੀਅਸ ਤੋਂ ਵੱਧ ਤਾਪਮਾਨ ਵਿੱਚ ਕਿਸ ਪ੍ਰਕਾਰ ਦੀ ਬਨਸਪਤੀ ਪਾਈ ਜਾਂਦੀ ਹੈ? ਤਾਂ ਇਸ ਦਾ ਆਨਸਰ ਵੀ ਕੀ ਆਵੇਗਾ? ਉਸਨ ਸਦਾਬਹਾਰ ਬਨਸਪਤੀ। ਉਸਨ ਸਦਾਬਹਾਰ ਬਨਸਪਤੀ। ਪੰਜਵਾਂ, ਭਾਰਤ ਵਿੱਚ ਅਣਵੰਡੇ ਵਣਾਂ ਦੀ ਪਰਸੈਂਟੇਜ ਦੱਸੋ। ਭਾਰਤ ਵਿੱਚ ਅਣਵੰਡੇ ਕਿਹੜੇ ਨੇ? ਜਿਨ੍ਹਾਂ ਉੱਪਰ ਸਰਕਾਰ ਦਾ ਧਿਆਨ ਘੱਟ ਗਿਆ ਹੈ। ਤਾਂ ਕਿੰਨੇ ਹਨ ਇਹ? 16%। 52% ਤਾਂ ਉਹ ਨੇ ਜਿਨ੍ਹਾਂ ਉੱਤੇ ਬਿਲਕੁਲ ਮਨਾਹੀ ਹੈ ਪਸ਼ੂ ਚਰਾਉਣ, ਘਾਹ ਕੱਟਣ ਵਗੈਰਾ ਦੀ, ਲੱਕੜਾਂ ਕੱਟਣ ਦੀ। ਅਤੇ 32% ਉਹ ਨੇ ਜਿਨ੍ਹਾਂ ਉੱਤੇ ਸਰਕਾਰ ਦੇ ਨਿਯਮਾਂ ਅਨੁਸਾਰ ਲੱਕੜ ਕੱਟਣ ਦੀ ਇਜਾਜ਼ਤ ਮਿਲ ਜਾਂਦੀ ਹੈ, ਘਾਹ ਕੱਟਣ ਦੀ ਇਜਾਜ਼ਤ ਮਿਲ ਜਾਂਦੀ ਹੈ। ਅਤੇ 16% ਉਹ ਨੇ ਅਣਵੰਡੇ ਵਣ ਜਿਨ੍ਹਾਂ ਉੱਤੇ ਸਰਕਾਰ ਦਾ ਕੰਟਰੋਲ ਘੱਟ ਹੈ ਅਤੇ ਲੋਕਾਂ ਨੂੰ ਪਸ਼ੂ ਚਰਾਉਣ, ਘਾਹ ਕੱਟਣ, ਦਰਖਤ ਕੱਟਣ ਦੀ ਸਹੂਲਤ ਮਿਲ ਜਾਂਦੀ ਹੈ। ਤਾਂ ਆਪਣਾ ਕੁਐਸਚਨ ਹੈ ਅਣਵੰਡੇ ਵਣ, ਤਾਂ ਕਿੰਨਾ ਆਵੇਗਾ? 16% ਆਵੇਗਾ। 16%। ਹਿਮਾਲਿਆ ਖੇਤਰ ਵਿੱਚ 18% ਵਣ ਵਰਤੋਂ ਵਿੱਚ ਹਨ। ਗਲਤ ਹੈ। 18% ਵਰਤੋਂ ਵਿੱਚ ਨਹੀਂ ਹਨ, ਗਲਤ ਹੈ। ਉਸਨ ਸਦਾਬਹਾਰ ਬਨਸਪਤੀ ਮੁੱਖ ਤੌਰ 'ਤੇ ਜ਼ਿਆਦਾ ਵਰਖਾ ਵਾਲੇ ਭਾਗਾਂ ਵਿੱਚ ਮਿਲਦੀ ਹੈ। ਬਿਲਕੁਲ ਸਹੀ ਹੈ। ਉੱਥੇ ਤਾਪਮਾਨ ਜ਼ਿਆਦਾ ਹੁੰਦਾ ਤਾਂ ਵਰਖਾ ਜ਼ਿਆਦਾ ਹੁੰਦੀ ਹੈ। ਉਸਨ ਸਦਾਬਹਾਰ ਕਿਸਮ ਦੀ ਬਨਸਪਤੀ ਬਹੁਤ ਹੀ ਸੰਘਣੀ ਅਤੇ ਮਿਲੇ ਜੁਲੇ ਦਰੱਖਤਾਂ ਨਾਲ ਭਰਪੂਰ ਹੁੰਦੀ ਹੈ। ਇਹ ਵੀ ਬਿਲਕੁਲ ਸਹੀ ਹੈ। ਇਸ ਤੋਂ ਅੱਗੇ ਅਸੀਂ ਇਹੀ ਸਲਾਈਡ ਕਰਾਂਗੇ ਹੁਣ ਇੰਗਲਿਸ਼ ਮੀਡੀਅਮ ਵਿੱਚ।
In terms of accessibility, 18% of forest area in the country is inaccessible to humans due to its location in mountainous areas like the high slopes of the Himalayas. 18% ਸਾਡੀ ਪਹੁੰਚ ਤੋਂ ਦੂਰ ਨੇ। We can only use 82% of the forest area। ਅਸੀਂ ਇਕੱਲੇ 82% ਵਨ ਖੇਤਰ ਦਾ ਪ੍ਰਯੋਗ ਕਰ ਸਕਦੇ ਹਾਂ। Forests are also divided into three parts in terms of proper use, control and legal protection। 52% of forest area has been protected in the country for deforestation। ਭਾਵ 52% ਤੇ ਮਨਾਹੀ ਹੈ, 32% ਤੇ ਕੀ ਹੈ, ਉੱਥੇ ਪਸ਼ੂ ਚਰਾਉਣ, ਘਾਹ ਕੱਟਣ ਦੀ ਥੋੜ੍ਹੀ ਬਹੁਤੀ ਇਜਾਜ਼ਤ ਮਿਲ ਜਾਂਦੀ ਹੈ, ਅਤੇ 16% ਕੀ ਹੈ ਅਨਡਿਵਾਈਡਡ ਫੋਰੈਸਟ। Tropical evergreen vegetation is found mainly in areas with heavy rainfall, hence they are also called rainy forest। First question, on the basis of assess what percentage of forest in the country are out of human reach। 18% ਤਾਂ none of the above, ਇਹਨਾਂ ਵਿੱਚੋਂ ਕੋਈ ਨਹੀਂ ਹੈ। 82% ਦਾ ਰੀਚੇਬਲ ਆ ਅਤੇ 18% ਆਊਟ ਆਫ ਹਿਊਮਨ ਰੀਚ ਤਾਂ none of the above। What percentage of forest in the country are where grazing and logging are strictly forbidden। 52% ਤਾਂ none of the above, none of the above। 32 ਅਤੇ ਥੋੜ੍ਹੀ ਬਹੁਤੀ ਉੱਥੇ ਸਰਕਾਰ ਵੱਲੋਂ ਮਿਲ ਜਾਂਦੀ ਆ। Which vegetation is called rainy forest। ਅਸੀਂ ਹੁਣੇ ਪੜ੍ਹਿਆ ਹੈਗਾ ਟਰੋਪੀਕਲ ਐਵਰਗਰੀਨ। ਤਾਂ ਥਰਡ ਐਂਡ ਫੋਰਥ ਦਾ ਆਨਸਰ ਇੱਕੋ ਹੀ ਆ। ਤਾਂ ਥਰਡ ਐਂਡ ਫੋਰਥ ਦਾ ਆਨਸਰ ਇੱਕੋ ਹੀ ਆ, ਟਰੋਪੀਕਲ ਐਵਰਗਰੀਨ ਵੈਜੀਟੇਸ਼ਨ। ਟਰੋਪੀਕਲ ਐਵਰਗਰੀਨ ਵੈਜੀਟੇਸ਼ਨ, ਟਰੋਪੀਕਲ ਐਵਰਗਰੀਨ ਵੈਜੀਟੇਸ਼ਨ। ਥਰਡ ਐਂਡ ਫੋਰਥ ਦੋਨਾਂ ਕੁਐਸਚਨ ਦਾ ਆਨਸਰ ਇੱਕੋ ਹੈ, ਥਰਡ ਦੇ ਲਈ ਵੀ ਅਤੇ ਫੋਰਥ ਦੇ ਲਈ ਵੀ, ਟਰੋਪੀਕਲ ਐਵਰਗਰੀਨ ਵੈਜੀਟੇਸ਼ਨ। ਫਿਫਥ, ਸਟੇਟ ਦਾ ਪਰਸੈਂਟੇਜ ਆਫ ਅਨਡਿਵਾਈਡਡ ਕਿੰਨਾ ਗਾ 16%, 16%, 16%। True false, 18% of forests are in use in Himalayan region। False, out of reach are unused, 82% used। False, tropical evergreen vegetation is found mainly in the areas with heavy rainfall। True, tropical evergreen type of vegetation is very dense and full of mixed trees। True। ਇਸ ਤਰ੍ਹਾਂ ਅਸੀਂ ਅੱਜ ਵਾਲੀ ਸਲਾਈਡ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ 'ਚ ਕੀਤੇ ਨੇ। ਵੀਡੀਓ ਨੂੰ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸ਼ੇਅਰ ਕਰੋ ਤਾਂ ਜੋ ਉਹ ਆਪਣਾ ਕੰਮ ਕਰ ਸਕਣ। ਧੰਨਵਾਦ।